अस्सलाम वालेकुम हफीज़ भाई। वालेकुम सलाम। क्या हाल है, ठीक हो? जी शुक्र अल्लाह का। ठीक हफीज़ बिलाल भाई गल तो दसो जी। यार, जिंदगी की चीज़ है इंसान? बिलाल भाई जिंदगी बहुत बड़ा धोखा है। अच्छा। जिंदगी बहुत बड़ा धोखा है भाईजान। एक पल भर दे विच इंसान माजी बन जाता है, बात तो कोई नाम ही नहीं लैंदा। अच्छा। किन्नी दुनिया टुर गई, किन्ने अपने रिश्तेदार टुर गए, जी जी। भाई टुर गए, कजन रिश्तेदार, किन्नी दुनिया टुर गई, कोई नाम लैंदा है, हाँ। कोई कब्रस्तान जाता है। ਇਹ ਇਨਸਾਨ ਇੱਕ ਬਹੁਤ ਵੱਡੀ ਭੁੱਲ ਦੇ ਵਿੱਚ ਜਾ ਰਿਹਾ, ਬਹੁਤ ਵੱਡੇ ਨੁਕਸਾਨ ਦੇ ਵਿੱਚ ਜਾ ਰਿਹਾ ਹੈ। ਜ਼ਿੰਦਗੀ ਦਾ ਇਨਸਾਨ ਦਾ ਜਿਹੜਾ ਪ੍ਰੋਫਿਟ ਹੈ ਨਾ, ਜ਼ਿੰਦਗੀ ਇਨਸਾਨ ਦੀ ਜ਼ਿੰਦਗੀ ਦੀ ਬਚਤ ਹੈ, ਉਹ ਇਹ ਵਾ ਕਿ ਜਨਾਬ ਤੁਸੀਂ ਪਾ ਲਿਆ ਕੱਪੜਾ, ਤੁਸੀਂ ਖਾ ਲਿਆ, ਤੁਸੀਂ ਆਪਣੇ ਹੱਥ ਦੇ ਨਾਲ ਸਦਕਾ ਕਰ ਦਿੱਤਾ। ਜੀ ਜੀ। ਮੁਸਤਕਬਲ ਚ ਜੋ ਤੁਸੀਂ ਆਪਣੇ ਹੱਥ ਨਾਲ ਕਰ ਦਿੱਤਾ ਜਾਂ ਤੁਹਾਡੇ ਅਮਾਲ। ਵਾਸਫ ਵਾਲੀ ਵਾਸਫ ਕਹਿੰਦੇ ਨੂੰ ਇਹ ਚਾਰ ਚੀਜ਼ਾਂ ਤੁਹਾਡੀ ਜ਼ਿੰਦਗੀ ਦੀ ਪ੍ਰੋਫਿਟ ਹੈ, ਬਾਕੀ ਤੁਹਾਡੀ ਜ਼ਿੰਦਗੀ ਸਾਰੀ ਲਾਸ ਹੈ, ਨੁਕਸਾਨ ਹੈ। ਤੁਸੀਂ ਜੋੜਨ ਤੇ ਲੱਗੇ ਹੋਏ ਹੋ, ਸਾਰਾ ਦਿਨ ਲੋਕ ਪੈਸਾ ਕਮਾਉਂਦੇ ਨੂੰ, ਅਮੀਰ ਹੋਣ ਦੇ ਚੱਕਰ ਵਿੱਚ ਗੱਡੀਆਂ ਬੰਗਲੇ ਕੀ ਖਰੀਦਣਾ ਹੈ। ਇਸੇ ਤਰ੍ਹਾਂ ਤੇ ਮੈਂ ਇਹੋ ਜਿਹੇ ਲੋਕ ਦੇਖਣ ਨੂੰ ਬਿਲਾਲ ਭਾਈ ਕਿ ਜਿਹੜੇ ਨਾ ਬਿਨਾਂ ਮਤਲਬ ਤੋਂ ਅਮੀਰ ਲੋਕ ਦਵਾਈਆਂ ਖਾਈ ਜਾ ਰਹੇ ਨੂੰ। ਸਾਨੂੰ ਬਲੱਡ ਪ੍ਰੈਸ਼ਰ ਨਾ ਹੋ ਜਾਵੇ, ਸਾਨੂੰ ਸ਼ੂਗਰ ਨਾ ਹੋ ਜਾਵੇ, ਸਾਨੂੰ ਇਹ ਨਾ ਹੋ ਜਾਵੇ। ਕਿਉਂ ਖਾ ਰਹੇ ਨੂੰ? ਵੀ ਅਸੀਂ ਬਿਮਾਰ ਹੋ ਗਏ, ਸਾਡਾ ਪੈਸਾ ਕਿੱਥੇ ਜਾਏਗਾ? ਪੈਸੇ ਦਾ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਬੇਫਜ਼ੂਲ ਦਵਾਈਆਂ ਖਾ ਰਹੇ ਨੂੰ, ਲੋਕਾਂ ਨਾਲ ਜ਼ੁਲਮ ਕਰ ਰਹੇ ਨੂੰ, ਜ਼ਿਆਦਤੀਆਂ ਕਰ ਰਹੇ ਨੂੰ। ਹਾਲਾਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਉਹ ਸਮਝੀ ਬੈਠਣਗੇ ਅਸੀਂ ਨਾ 100 ਸਾਲ ਦੀ ਉਮਰ ਜਾ ਕੇ ਅਸੀਂ ਮਰ ਜਾਣਾ, ਅਸੀਂ 100 ਸਾਲ ਦੀ ਉਮਰ 'ਚ ਮਰਨਾ ਹੈ ਜਾਂ 80 ਸਾਲ ਦੀ ਉਮਰ 'ਚ ਮਰਨਾ ਹੈ। ਲੇਕਿਨ ਇਸ ਟਾਈਮ ਜਿਹੜੀ ਜਵਾਨ ਮੌਤ ਸਭ ਤੋਂ ਜ਼ਿਆਦਾ ਹੋ ਰਹੀ ਹੈ ਦੁਨੀਆ ਦੇ ਵਿੱਚ। ਇਸੇ ਤਰ੍ਹਾਂ ਸਹੀ ਕਹਿ ਰਹੇ, ਜਵਾਨ ਮੌਤ ਇਸ ਟਾਈਮ ਸਭ ਤੋਂ ਜ਼ਿਆਦਾ ਹੋ ਰਹੀ ਹੈ। ਹਾਰਟ ਅਟੈਕ ਬੜੇ ਹੋ ਰਹੇ ਨੇ, ਹਾਰਟ ਅਟੈਕ ਹੋ ਰਹੇ ਨੇ, ਹੋਰ ਬਿਮਾਰੀਆਂ ਹੋ ਰਹੀਆਂ ਨੇ, ਜ਼ਹਿਨੀ ਦਬਾਅ ਦਾ ਸ਼ਿਕਾਰ ਹਨ ਲੋਕ, ਜ਼ਹਿਨੀ ਪਰੇਸ਼ਾਨ ਹਨ। ਠੀਕ ਹੈ, ਡਿਪਰੈਸ਼ਨ ਹੈ। ਠੀਕ ਹੈ, ਜਵਾਨ ਮੌਤ ਜ਼ਿਆਦਾ ਹੋ ਰਹੀ। ਲੋਕ ਸਮਝੀ ਬੈਠੇ ਅਸੀਂ 100 ਸਾਲ ਜੀ ਕੇ ਅਸੀਂ ਮਰਨਾ ਜਾ ਕੇ। ਠੀਕ ਹੈ, ਕਿਸੇ ਇਨਸਾਨ ਨੂੰ ਕੱਲ ਮੌਤ ਆ ਜਾਂਦੀ, ਕਿਸੇ ਵੀ ਇਨਸਾਨ ਨੂੰ। ਜੀ ਜੀ। ਕਿਸੇ ਇਨਸਾਨ ਨੂੰ ਪੁੱਛ ਲਓ ਤੇਰੀ ਤਿਆਰੀ ਹੈ ਅੱਲਾਹ ਤਾਲਾ ਦੀ ਬਾਰਗਾਹ ਜਾ ਕੇ, ਕੀ ਜਵਾਬ ਦੇਵੇਂਗਾ? ਜਦੋਂ ਅੱਲਾਹ ਦੇ ਹਜ਼ੂਰ ਜਾ ਕੇ ਤੂੰ ਪੇਸ਼ ਹੋਣਾ ਹੈ, ਕੋਈ ਜਵਾਬ ਹੈ ਤੇਰੇ ਕੋਲ? ਕੋਈ ਜਵਾਬ ਨਹੀਂ ਕਿਸੇ ਕੋਲ, ਕੋਈ ਤਿਆਰੀ ਨਹੀਂ ਹੈ, ਕੋਈ ਕੁਛ ਨਹੀਂ ਹੈ। ਆਪਣੀ ਦੁਨੀਆ ਦੇ ਵਿੱਚ ਮਸਤ ਹੋਏ ਨੂੰ, ਇੰਨੀਆਂ ਕੋਠੀਆਂ ਬਣਾਉਣੀਆਂ ਨੂੰ, ਇੰਨੇ ਬੰਗਲੇ ਬਣਾਉਣੇ ਨੂੰ, ਇੰਨੀਆਂ ਗੱਡੀਆਂ ਖਰੀਦਣੀਆਂ ਨੂੰ, ਇੱਕ ਦੂਜੇ ਨੂੰ ਕ੍ਰਾਸ ਕਰਨਾ ਹੈ, ਫੋਲੋ ਕਰਦੇ ਨੇ ਇੱਕ ਦੂਸਰੇ ਨੂੰ। ਇਹ ਬੜੇ ਧੋਖੇ ਜਾ ਰਹੇ ਨੂੰ। ਇਹਦਾ ਹਕੀਕਤ ਨਾਲ ਕੋਈ ਤਲਕ ਨਹੀਂ, ਨਾ ਅਮੀਰੀ ਦਾ ਨਾ ਕਿਸੇ ਦਾ, ਕੁਛ ਨਹੀਂ। ਸਿਰਫ ਔਰ ਸਿਰਫ ਤੁਹਾਡਾ ਇਹ ਹੈ ਕਿ ਜ਼ਿੰਦਗੀ ਦਾ ਮਕਸਦ ਇਹ ਸੀ ਕਿ ਤੁਸੀਂ ਅੱਲਾਹ ਤਾਲਾ ਨੇ ਜ਼ਿੰਦਗੀ ਦਿੱਤੀ ਹੈ, ਤੁਸੀਂ ਅੱਛੇ ਨੇਕ ਕੰਮ ਕਰਕੇ ਜਾਓ, ਲੋਕਾਂ ਦਾ ਭਲਾ ਸੋਚੋ, ਅੱਲਾਹ ਤਾਲਾ ਨੂੰ ਰਾਜ਼ੀ ਕਰੋ। ਜਾ ਕੇ ਜਦੋਂ ਅੱਲਾਹ ਦੇ ਕਚਹਿਰੀ 'ਚ ਪੇਸ਼ ਹੋਣਾ ਹੈ ਤੇ ਤੁਸੀਂ ਪਾਸ ਹੋਵੋ ਜਾ ਕੇ। ਬਿਲਕੁਲ ਬਿਲकुल। ਇਹ ਜਨਾਬ ਜ਼ਿੰਦਗੀ ਹਕੀਕਤ। ਲੋਕ ਪਤਾ ਨਹੀਂ ਕੀ ਸਮਝੀ ਬੈਠੇ ਨੇ ਜਨਾਬ ਬਿਲਾਲ ਭਾਈ। ਉਹ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਜੀ ਬਿਲਾਲ ਭਾਈ। ਆਪਣਾ ਬੜਾ ਪਿਆਰਾ ਸ਼ੇਰ ਸੀ ਕਿ ਰੰਗੋ ਰਸ ਕੀ ਹਵਸ ਔਰ ਬਸ। ਕਿ ਦੁਨੀਆ ਰੰਗੋ ਰੰਗਤ ਦੇ ਵਿੱਚ ਡੁੱਬਦੀ ਹੈ, ਰਸ ਮਤਲਬ ਕਿ ਦੌਲੋ ਮਾਲੋ ਸ਼ੋਹਰਤ ਦੇ ਵਿੱਚ ਡੁੱਬਦੀ ਹੈ। ਐਵੇਂ ਹੀ ਇਹ ਸਭ ਤਮਾਸ਼ਾ ਹੈ, ਖਤਮशुद है, मेरे अल्लाह ने कह दिया बस और बस। क्या बात है। और रंगो रस की हवस और बस, मसलाए दस्तरस और बस, यूं बुनी है रगें जिस्म की। देखो कैसा शायर ने भी क्या कमाल लिखा है, यूं बुनी है रगें जिस्म की, कि जिस्म दियां नसां इदा बुनिया है कि एक नस टस से मस और बस। यूं तो उस मुसव्विर का हर शाहकार 60-65 बरस और बस। बिल्कुल, क्या बात है। देखो जी, यही ना कि ਆਪਾਂ क्या बात सब ਦੋਸਤਾਂ ਭਾਈਆਂ ਨੂੰ, ਸਾਡੇ ਵਿਊਅਰਸ ਨੂੰ, ਸਾਡੇ ਫੋਲੋਅਰਸ ਨੂੰ, ਸਬਸਕ੍ਰਾਈਬਰਸ ਨੂੰ ਇੱਕ ਹੀ ਪੈਗਾਮ ਹੈ ਕਿ ਜਿਤਨਾ ਹੋ ਸਕੇ ਆਪਣੇ ਆਪ ਨੂੰ, ਦੁਨੀਆ ਵੀ ਠੀਕ ਹੈ ਭਾਗ ਦੌੜ ਜ਼ਿੰਦਗੀ ਦੇ ਨਾਲ ਨਾਲ ਹੈ, ਲੇਕਿਨ ਆਪਣੀ ਆਖਰਤ ਦੀ ਤਿਆਰੀ ਨੂੰ ਵੀ ਆਪਣੇ ਨਾਲ ਨਾਲ। ਬਿਲਕੁਲ, ਆਖਰਤ ਦੀ ਤਿਆਰੀ ਕਰੋ। ਨਮਾਜ਼ ਜਿਹੜੀ ਹੈ ਉਹ ਕਦੇ ਵੀ ਨਾ ਛੱਡੋ। ਨਮਾਜ਼ ਤੋਂ ਬਗੈਰ ਜਿਹੜਾ ਨਾ ਮੂਮਿਨ ਦੀ ਜਿਹੜਾ ਇਸਲਾਮ ਦੇ ਵਿੱਚ ਮੁਕੰਮਲ ਤੌਰ ਤੇ ਦਾਇਰਾ ਇਸਲਾਮ 'ਚ ਦਾਖਲ ਨਹੀਂ ਹੁੰਦਾ। ਨਮਾਜ਼ ਪਹਿਲਾ ਇਸਲਾਮੀ ਰੁਕਨ ਹੈ। ਨਮਾਜ਼ ਦਾ ਪਹਿਲਾ ਜਿਹੜਾ ਨਾ ਹੱਕ ਨਮਾਜ਼ ਦਾ ਹੈ। ਤੁਸੀਂ ਨਮਾਜ਼ ਲਾਜ਼ਮੀ ਕਾਇਮ ਕਰੋ। ਅੱਲਾਹ ਤਾਲਾ ਤੇ ਪੁਖਤਾ ਔਰ ਵਾਹਦਾ ਯਕੀਨ ਰੱਖੋ। ਅੱਲਾਹ ਤਾਲਾ ਸਭ ਦੀ ਮੁਸ਼ਕਿਲਾਂ ਨੂੰ ਆਸਾਨ ਫਰਮਾਏ। ਤੇ ਜਿਹੜਾ ਰਿਜ਼ਕ ਹੈ ਖੁਦਾ ਦੀ ਜ਼ਾਤ ਨੇ ਹਰ ਕਿਸੇ ਨਾਲ ਵਾਅਦਾ ਕੀਤਾ, ਉਹ ਪੱਥਰ ਦੇ ਵਿੱਚ ਪਿਆ ਕੀੜਿਆਂ ਨੂੰ ਵੀ ਮਿਲਦਾ ਪਿਆ, ਉਹ ਜਿਹੜੇ ਕਿਤੇ ਵੈਰਾਨ ਰੇਗਿਸਤਾਨਾਂ ਦੇ ਵਿੱਚ ਵਸਦੇ ਪਏ ਨੇ ਉਹਨਾਂ ਨੂੰ ਵੀ ਦੇ ਰਿਹਾ ਅੱਲਾਹ ਪਾਕ। ਇਸ ਲਈ ਤਵੱਕਲ ਔਰ ਯਕੀਨ ਅੱਲਾਹ ਦੀ ਜ਼ਾਤ ਤੇ ਰੱਖੋ। ਅੱਲਾਹ ਤੁਹਾਨੂੰ ਸਭ ਭਾਈਆਂ ਨੂੰ ਸਲਾਮਤ ਰੱਖੇ
ਤੇ ਆਪਣੇ ਹਿਫਜ਼ ਇਮਾਨ ਚ ਰੱਖੇ। ਅੱਛਾ ਬਿਲਾਲ ਭਾਈ, ਇੱਕ ਗੱਲ ਹੋਰ ਵੀ ਹੈ, ਜੀ ਜੀ ਜਿੰਨਾ ਅਮੀਰਾਂ ਲੋਕਾਂ ਕੋਲ ਪੈਸਾ ਹੈਗਾ ਉਹ ਕਹਿੰਦੇ ਕਿ ਸਾਡੀ ਖੁਸ਼ਕਿਸਮਤੀ ਹੈ, ਅਸੀਂ ਇੰਨੇ ਕਾਬਲ ਹਾਂ, ਅਸੀਂ ਪੈਸਾ ਕਮਾ ਰਹੇ ਹਾਂ। ਲੇਕਿਨ ਮੈਂ ਦਾਅਵੇ ਨਾਲ ਗੱਲ ਕਹਿ ਸਕਣਾ, ਸਭ ਤੋਂ ਬਦਨਸੀਬ ਲੋਕ ਉਹ ਹਨ ਜਿਹੜੇ ਇਸ ਟਾਈਮ ਕਰੋੜਾਂ ਅਰਬਾਂ ਪਤੀ ਹਨ, ਜਿਨ੍ਹਾਂ ਨੂੰ ਸਾਡੇ ਪੈਸੇ ਦਾ ਪਤਾ ਹੀ ਨਹੀਂ ਅੱਲਾਹ ਹੈ। ਪਾਕ ਦੀ ਜ਼ਾਤ ਦਾ ਉਹ ਹੈ ਸੀ ਨਾ ਕਿ ਅੱਲਾਹ ਕਿਸੇ ਨੂੰ ਦੇ ਕੇ ਜ਼ਮਾਂਦਾ ਹੈ ਤੇ ਕਿਸੇ ਨੂੰ ਲੈ ਕੇ ਵੀ ਅਜ਼ਮਾਉਂਦਾ ਹੈ। ਲੋਕ ਖੁਸ਼ ਹੁੰਦੇ ਨੇ ਅਸੀਂ ਇੰਨੇ ਅਮੀਰ ਹਾਂ, ਇੰਨੇ ਅਮੀਰ ਹਾਂ, ਕਰੋੜਾਂ ਪਤੀ ਹਾਂ, ਅਰਬਾਂ ਪਤੀ ਹਾਂ। ਮੇਰੀ ਨਜ਼ਰ ਦੇ ਵਿੱਚ ਮੇਰਾ ਇਹ ਕਹਿਣਾ ਕਿ ਜਨਾਬ ਉਹ ਬਹੁਤ ਬਦਨਸੀਬ ਲੋਕ ਹਨ ਜਿਨ੍ਹਾਂ ਕੋਲ ਇੰਨਾ ਪੈਸਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕਮਾਇਆ ਕਿਵੇਂ ਹੈ, ਉਹਨਾਂ ਨੇ ਕਿੱਥੋਂ ਕਮਾਇਆ, ਕਿਵੇਂ ਕਮਾਇਆ ਹੈ। ਉਹ ਆਪਣੇ ਆਪ ਨੂੰ ਬੜਾ ਕੋਈ ਸਮਝਦੇ ਨੇ, ਅਸੀਂ ਬੜਾ ਕੰਮ ਕੀਤਾ, ਅਸੀਂ ਬੜੇ ਅਮੀਰ ਹੋ ਗਏ, ਲੇਕਿਨ ਉਹ ਬਹੁਤ ਵੱਡੇ ਧੋਖੇ ਜਾ ਰਹੇ ਨੇ। ਬਿਲਕੁਲ ਬਿਲकुल। ਚਲੋ ਅੱਲਾਹ ਆਪਾਂ ਦੁਆ ਹੀ ਕਰ ਸਕਨੇ, ਅੱਲਾਹ ਪਾਕ ਸਭ ਨੂੰ ਹਦਾਇਤ ਦੇ, ਜੀ ਆਮੀਨ, ਨੇਕ ਰਸਤੇ ਤੇ ਚਲਾਏ, ਅੱਲਾਹ ਸਭ ਨੂੰ ਆਪਣੇ ਹਿਫਜ਼ ਇਮਾਨ ਚ ਰੱਖੇ, ਸਲਾਮਤ ਰੱਖੇ। आमीन। अल्लाह बहुत शुक्रिया जी, इजाज़त, अल्लाह हाफिज़।